प्रभ दातो दातार परयो जाचक एक सरना। मिलै दान संतरेन जहे लग भव जल तरना। बिनत करो अरदास सुनो जे ठाकुर भावै। देहु दरस मन चाओ भगत एह मन ठहरावै। बलियो चराग अंधियार में सब कल उदरी एक नाम धरम। प्रगट सगल हर भवन मह जन नानक गुर पार ब्रह्म। प्रगट सगल हर भवन मह जन नानक गुर पार ब्रह्म। हर बिसरत सदा खुआरी ताको धोखा कहाँ व्यापै जाको ओट तुहारी। बिन सिमरन ज्यों जीवन बल ना सर्प जैसे अरजारी। नव खंडन को राज कमावै अंत चलै गोहारी। गुण निधान गुण तिन्हि गाए जाको कृपा धारी। सो सुखिया धन उस जन्मा नानक तिस बलिहारी। सो सुखिया धन उस जन्मा नानक तिस बलिहारी। हम अवगुण भरे एक गुण नाही। अमृत छाड़ बिख बिख खाई। माया मोह भरम पै भूले सुत धारा स्यों। एक उत्तम पंथ सुन्यो गुर संगत तेह मिलंत जम त्रास। एक अरदास पाठ कीरत की गुर रामदास। सुकहो टल गुर सेविया अहनस सहज। दर्शन परसै गुरु का जन्म मरण दुख। होवै सिफत खसंबंधी नूर अर सह कुर सह। तुद डठे सच्चे पात माल जन्म जन्म दे। सज्जन सच्चा पात साहु सिर साहाद। जिस पास बैठिया सोहिया सबना दावे साहो। सतनाम श्री वाहिगुरु साहिब जी। देव गंधारी महला पंजवा। माई प्रभ के चरण निहारा। करहो अनुग्रह स्वामी मेरे। मन ते कबहू ना डारा। माई प्रभ के चरण निहारो। करहो अनुग्रह स्वामी मेरे।
ਮਨ ਤੇ ਕਬਹੂ ਨਾ ਡਾਰੋ। ਰਹਾਉ ਸਾਧੂ ਧੂਰ ਲਾਈ ਮੁਖ ਮਸਤਕ, ਕਾਮ ਕ੍ਰੋਧ ਬਿਖ ਜਾਰੋ। ਸਭ ਤੇ ਨੀਚ ਆਤਮ ਕਰ ਮਾਨੋ, ਮਨ ਮਹਿ ਇਹੋ ਸੁਖ ਤਾਰੋ। ਗੁਣ ਗਾਵਹਿ ਠਾਕੁਰ ਅਬਨਾਸੀ, ਕਲਮਲ ਸਗਲੀ ਝਾਰੋ। ਨਾਮ ਨਿਧਾਨ ਨਾਨਕ ਦਾਨ ਪਾਵੋ, ਕੰਠ ਲਾਈ ਉਰ ਧਾਰੋ। ਗੁਣ ਗਾਵੈ ਠਾਕੁਰ ਅਬਨਾਸੀ, ਕਲਮਲ ਸਗਲੀ ਝਾਰੋ। ਨਾਮ ਨਿਧਾਨ ਨਾਨਕ ਦਾਨ ਪਾਵੋ, ਕੰਠ ਲਾਈ ਉਰ ਧਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਪ੍ਰੇਮੀ ਜਨ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਸਫਲੀਆਂ ਕਰ ਰਹੇ ਹੋ। ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸਾਹਿਬ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜੀਏ। ਗੁਰ ਸ਼ਬਦ ਨੂੰ ਵਿਚਾਰਨ ਲਈ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾਂ। ਮਾਈ ਪ੍ਰਭ ਕੇ ਚਰਨ ਨਿਹਾਰੋ। ਰਾਗ ਦੇਵ ਗੰਧਾਰੀ ਹੈ ਔਰ ਪੰਜਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ। ਬੇਨਤੀ ਕਰ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਵਿੱਚ, ਹੇ ਮਾਇਆਪਤੀ। ਮਾਈ ਇਹਦਾ ਅਰਥ ਮਹਾਂਪੁਰਸ਼ ਕਰਦੇ ਆ ਮਾਇਆਪਤੀ। ਵੈਸੇ ਸੰਬੋਧਨੀय ਸ਼ਬਦ ਵੀ ਹੈ ਕਿ ਸਾਨੂੰ ਸੰਬੋਧਨ ਕਰਕੇ ਕਹਿੰਦੇ ਆ ਮਾਈ ਭਾਈ ਵੇਖੋ ਮੈਂ ਆਪਣੇ ਉਸ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨੂੰ ਨਿਹਾਰਦਾ ਹਾਂ, ਉਹਦੇ ਚਰਨਾਂ ਵੱਲ ਵੇਖਦਾ ਹਾਂ। ਪਰ ਸੰਪਰਦਾਇ ਵਿਦਵਾਨ ਇਸ ਤਰ੍ਹਾਂ ਅਰਥ ਕਰਦੇ ਹਨ ਕਿ ਹੇ ਮਾਇਆਪਤੀ ਪ੍ਰਭੂ, ਮਾਈ ਪ੍ਰਭ ਕੇ ਚਰਨ ਨਿਹਾਰੋ। ਹੇ ਮਾਇਆਪਤੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀਓ, ਮੈਂ ਤੁਹਾਡੇ ਪਵਿੱਤਰ ਪਾਵਨ ਚਰਨ ਕਮਲਾਂ ਨੂੰ ਨਿਹਾਰੋ ਕਹੀਏ ਵੇਖਦਾ ਹਾਂ, ਤੱਕਦਾ ਹਾਂ, ਮੇਰੀ ਨਿਗਾਹ ਤੁਹਾਡੇ ਚਰਨਾਂ ਤੇ ਹੈ। ਕਲਗੀਧਰ ਦਾ ਪਾਵਨ ਸਵਈਆ ਆਪ ਜੀ ਨਿਤਨੇਮ ਚ ਪੜ੍ਹਦੇ ਹੋ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਇਹਦਾ ਮਤਲਬ ਇਹੀ ਹੈ ਕਿ हे ਪ੍ਰਭੂ ਮੈਂ ਤੇਰੇ ਚਰਨਾਂ ਵੱਲ ਵੇਖ ਰਿਹਾ,
ਜਿਸ ਦਿਨ ਤੋਂ ਤੁਹਾਡੇ ਚਰਨਾਂ ਦਾ ਆਸਰਾ ਤੱਕਿਆ, ਉਸ ਦਿਨ ਤੋਂ ਬਾਅਦ ਮੈਂ ਕਿਸੇ ਹੋਰ ਨੂੰ ਆਪਣੀ ਅੱਖ ਥੱਲੇ ਨਹੀਂ ਲਿਆਂਦਾ। ਪ੍ਰਭੂ ਦੇ ਚਰਨਾਂ ਵੱਲ ਤੱਕਣਾ, ਪਰਮੇਸ਼ਰ ਦੇ ਚਰਨਾਂ ਵੱਲ ਵੇਖਣਾ, ਜਿਵੇਂ ਆਮ ਕਰਕੇ ਕਹਿ ਦਿੰਦੇ ਆ ਨਾ ਵੀ ਸਾਰੀ ਦੁਨੀਆ ਫਲਾਣੇ ਵੱਲ ਤੱਕਦੀ ਹੈ ਵੀ ਹੁਣ ਉਹ ਕੁਝ ਕਰੇਗਾ। ਤੱਕਣ ਤੋਂ ਮਤਲਬ ਭਾਵੇਂ ਉਹ ਕਿਸੇ ਬੰਦ ਕਮਰੇ 'ਚ ਬੈਠਾ ਹੋਵੇ, ਦਿਸਦਾ ਨਹੀਂ ਨਾ ਹੁੰਦਾ, ਫਿਰ ਵੀ ਕਹਿੰਦੇ ਆ ਵੀ ਫਲਾਣੇ ਵੱਲ ਤੱਕਦੇ ਨੇ ਸਾਰੇ ਵੀ ਹੁਣ ਉਹ ਕੁਝ ਕਰੇਗਾ। ਯਾਨੀ ਕਿ ਤੱਕਣ ਦਾ ਮਤਲਬ ਹੁੰਦਾ ਵੀ ਉਹਦਾ ਆਸਰਾ ਹੈ, ਇਸ ਵੇਲੇ ਉਹਦੀ ਓਟ ਹੈ। ਇੱਥੇ ਜਦੋਂ ਨਿਹਾਰੋਂ ਸ਼ਬਦ ਮਹਾਰਾਜ ਜੀ ਨੇ ਕਿਹਾ, ਇਹਦਾ ਮਤਲਬ ਵੀ ਇਹੀ ਹੈ ਕਿ ਹੇ ਪ੍ਰਭੂ, ਮੈਨੂੰ ਤੇਰੇ ਚਰਨਾਂ ਦਾ ਆਸਰਾ ਹੈ, ਮੈਂ ਤੇਰੇ ਵੱਲ ਵੇਖ ਰਿਹਾ ਹਾਂ। ਮੇਰੀ ਨਿਗਾਹ ਹੈ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀਓ ਤੁਹਾਡੇ ਚਰਨਾਂ ਵੱਲ ਲੱਗੀ ਹੋਈ ਹੈ। ਕਰੋ ਅਨੁਗ੍ਰਹ ਸੁਆਮੀ ਮੇਰੇ, ਮਨ ਤੇ ਕਬਹੂ ਨਾ ਡਰੋ। ਇਹ ਪ੍ਰਭੂ ਜੀ ਮੇਰੇ ਤੇ ਅਨੁਗ੍ਰਹ ਕਰੋ। ਅਨੁਗ੍ਰਹ ਦਾ ਮਤਲਬ ਹੁੰਦਾ ਕਿਰਪਾ, ਤਰਸ, ਦਇਆ। ਹੇ ਮੇਰੇ ਰੱਬ ਜੀ, ਹੇ ਮੇਰੇ ਪ੍ਰਭੂ ਜੀ, ਮੇਰੇ ਤੇ ਤਰਸ ਕਰੋ, ਮੇਰੇ ਤੇ ਕਿਰਪਾ ਕਰੋ ਕਿ ਮੈਂ ਕਦੇ ਵੀ ਆਪਣੇ ਮਨ ਚੋਂ ਤੁਹਾਡੇ ਚਰਨਾਂ ਨੂੰ ਨਾ ਵਿਸਾਰਾਂ। ਮੇਰੇ ਤੇ ਕਿਰਪਾ ਕਰੋ। ਕਰੋ ਅਨੁਗ੍ਰਹ ਸੁਆਮੀ ਮੇਰੇ, ਮੇਰੇ ਸੁਆਮੀ ਜੀ ਮੇਰੇ ਤੇ ਅਨੁਗ੍ਰਹ ਕਰੋ, ਮੇਰੇ ਤੇ ਕਿਰਪਾ ਕਰੋ। ਮਨ ਤੇ ਕਬਹੂ ਨਾ ਡਾਰੋ, ਮੈਂ ਆਪਣੇ ਮਨ ਚੋਂ ਤੁਹਾਨੂੰ ਕਦੇ ਵੀ ਨਾ ਵਿਸਾਰਾਂ, ਇਹ ਤਰਸ ਕਰੋ। ਤੁਸੀਂ ਮੇਰੇ ਮਨ ਚੋਂ ਕਦੇ ਵਿਸਰੋ ਨਾ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ। ਮਹਾਰਾਜ ਕਿਰਪਾ ਕਰੋ, ਤੁਹਾਡਾ ਅੰਮ੍ਰਿਤ ਨਾਮ ਮੇਰੇ ਹਿਰਦੇ ਚੋਂ ਨਾ ਵਿਸਰੇ, ਤੁਹਾਡੇ ਚਰਨ ਮੇਰੇ ਹਿਰਦੇ ਚੋਂ ਨਾ ਵਿਸਰਨ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਐਸੀ ਦਾਤ ਬਖਸ਼ੋ ਕਿ ਤੁਸੀਂ ਕਦੇ ਵੀ ਮੇਰੇ ਹਿਰਦੇ ਚੋਂ ਨਾ ਵਿਸਰੋ। ਪਾਰ ਬ੍ਰਹਮ ਪਰਮੇਸ਼ਰ ਸਰਬ ਥਾਈਂ ਵਿਆਪਕ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਹਰ ਥਾਂ ਤੇ ਹਰ ਜਗ੍ਹਾ ਤੇ ਪਰਮੇਸ਼ਰ ਵਸਦਾ ਹੈ। ਬਸ ਇੱਕ ਮਨਮੁਖ ਵਿਅਕਤੀ ਹੈ ਜਿਸ ਦੇ ਹਿਰਦੇ ਵਿੱਚ ਨਹੀਂ ਵਸਦਾ। ਉਹਦਾ ਸਰਬ ਥਾਈਂ ਹੈ, ਮਨਮੁਖ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਯਾਦ ਨਹੀਂ, ਉੱਥੇ ਉਹ ਨਹੀਂ ਵਸਦਾ। ਇਸ ਕਰਕੇ ਗੁਰਮੁਖ ਤਾਂ ਇਹੀ ਮੰਗਦੇ ਨੇ, ਵਾਹਿਗੁਰੂ ਤੂੰ ਕਦੇ ਵੀ ਸਾਡੇ ਮਨੋਂ ਸਾਡੇ ਹਿਰਦੋਂ ਨਾ ਵਿਸਰੇ। ਇਹੋ ਜੀ ਕਿਰਪਾ, ਇਹੋ ਜਿਹਾ ਤਰਸ ਤੁਸੀਂ ਸਾਡੇ ਤੇ ਕਰੋ। ਰਹਾਉ ਸਾਧੂ ਧੂਰ ਲਾਈ ਮੁਖ ਮਸਤਕ, ਕਾਮ ਕ੍ਰੋਧ ਬਿਖ ਜਾਰ। ਸਾਧੂਆਂ ਦੇ ਚਰਨਾਂ ਦੀ ਧੂੜੀ ਮੈਂ ਆਪਣੇ ਮੁਖ ਤੇ ਆਪਣੇ ਮਸਤਕ ਤੇ ਲਾਈ, ਔਰ ਆਪਣੇ ਮਸਤਕ ਤੇ ਜਦੋਂ ਸਾਧੂਆਂ ਦੇ ਚਰਨਾਂ ਦੀ ਧੂੜ ਲਾਈ ਤਾਂ ਉਸ ਧੂੜੀ ਦੀ ਬਰਕਤ ਨਾਲ ਕਾਮ, ਕ੍ਰੋਧ ਆਦਿਕ ਜਿਹੜੇ ਵਿਕਾਰ ਨੇ, ਜੋ ਜ਼ਹਿਰ ਦੇ ਸਮਾਨ ਨੇ, ਮੈਂ ਇਹਨਾਂ ਨੂੰ ਜਾਰੋਂ ਸਾੜ ਦਿੱਤਾ ਹੈ, ਸਾੜ ਕੇ ਸਵਾਹ ਕਰ ਦਿੱਤਾ ਹੈ। ਕਾਮ, ਕ੍ਰੋਧ ਆਦਿਕ ਜਿਹੜੇ ਪ੍ਰਬਲ ਵਿਕਾਰ ਨੇ, ਇਹਨਾਂ ਵਿਕਾਰਾਂ ਨੂੰ, ਇਸ ਜ਼ਹਿਰ ਰੂਪੀ ਵਿਕਾਰਾਂ ਨੂੰ ਮੈਂ ਜਾਰੋਂ ਸਾੜ ਕੇ ਸਵਾਹ ਕਰਕੇ ਰੱਖ ਦਿੱਤਾ ਹੈ। ਸਾਧੂਆਂ ਦੇ ਚਰਨਾਂ ਦੀ ਧੂੜੀ ਦੀ ਇਹ ਬਰਕਤ ਹੈ। ਸਾਧੂਆਂ ਦੇ ਚਰਨਾਂ ਦੀ ਧੂੜੀ ਦਾ ਮਤਲਬ ਉਹਨਾਂ ਦੀ ਸੰਗਤ ਵਿੱਚ ਰਹਿਣਾ, ਉਹਨਾਂ ਦੀ ਸ਼ੋਹਬਤ ਵਿੱਚ ਰਹਿਣਾ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਉਹਨਾਂ ਦੇ ਬਚਨ ਸੁਣਨੇ, ਕਮਾਈ ਕਰਨੀ, ਸਾਧਨਾ ਕਰਨੀ। ਜਿਵੇਂ ਜਿਵੇਂ ਕੋਈ ਕਮਾਈ ਕਰਦਾ, ਸਾਧਨਾ ਕਰਦਾ, ਤਿਵੇਂ ਤਿਵੇਂ ਵਿਕਾਰ ਸੜਨਾ ਸ਼ੁਰੂ ਹੋ ਜਾਂਦੇ ਹਨ, ਇਹ ਵਿਕਾਰ ਦਗਧ ਹੋਣਾ ਸ਼ੁਰੂ ਹੋ ਜਾਂਦੇ ਹਨ। ਤੋ ਮੈਂ ਇਹ ਅਵਸਥਾ ਨੂੰ ਪ੍ਰਾਪਤ ਹੋਇਆ ਹਾਂ ਕਿ ਸਾਧੂਆਂ ਦੀ ਸੰਗਤ ਕਰਕੇ, ਉਹਨਾਂ ਦੇ ਚਰਨਾਂ ਦੀ ਧੂੜੀ ਮਸਤਕ ਤੇ ਲਾ ਕੇ, ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਹਨ, ਮੈਂ ਇਹਨਾਂ ਨੂੰ ਜਾਰੋਂ ਸਾੜ ਦਿੱਤਾ ਹੈ। ਸਭ ਤੇ ਨੀਚ ਆਤਮ ਕਰ ਮਾਨੋ, ਮਨ ਮੈਂ ਇਹੋ ਸੁਖ ਧਾਰੋ। ਮੈਂ ਆਪਣੇ ਆਪ ਨੂੰ ਸਭ ਤੋਂ ਨੀਵਾਂ ਕਰਕੇ ਜਾਣਦਾ ਕਿ ਮੈਂ ਸਭ ਤੋਂ ਨੀਚ ਹਾਂ, ਸਭ ਮੇਰੇ ਤੋਂ ਉੱਤਮ ਨੇ।
हे प्रभु ये बड़ा ਵੱਡਾ ਸੁੱਖ ਹੈ ਤੇ ਮੈਂ ਆਪਣੇ ਹਿਰਦੇ 'ਚ ਇਸ ਸੁੱਖ ਨੂੰ ਧਾਰਨ ਕਰਦਾ ਹਾਂ। ਇਹਦੇ ਤੋਂ ਵੱਡਾ ਬੰਦਾ ਦੁਖੀ ਕਦੋਂ ਹੁੰਦਾ? ਜਦੋਂ ਇਹ ਵੇਖਦਾ ਵੀ ਸਾਰੇ ਨੀਚ ਨੇ, ਮੈਂ ਉੱਤਮ ਆ, ਫਿਰ ਇਹ ਦੁਖੀ ਹੁੰਦਾ। ਫਲਾਣਾ ਮਾੜਾ ਕੰਮ ਕਰ ਰਿਹਾ, ਫਲਾਣਾ ਮਾੜਾ ਕੰਮ ਕਰ ਰਿਹਾ, ਫਿਰ ਇਹ ਅੰਦਰੋਂ ਅੰਦਰ ਕ੍ਰਿਜਦਾ ਰਹਿੰਦਾ। ਜਦੋਂ ਇਹ ਜਾਣ ਲਿਆ ਕਿ हे ਪ੍ਰਭੂ ਮੈਂ ਹੀ ਸਭ ਤੋਂ ਨੀਚ ਤੇ ਨਖੇਧਾਂ, ਇਹ ਬੜਾ ਵੱਡਾ ਸੁੱਖ ਹੈ ਤੇ ਸੁੱਖ ਮੈਂ ਆਪਣੇ ਹਿਰਦੇ 'ਚ ਧਾਰਨ ਕਰਕੇ ਰੱਖਾਂ, ਇਹ ਤੁਸੀਂ ਮੇਰੇ ਤੇ ਤਰਸ ਕਰੋ। ਇਹ ਸਭ ਤੋਂ ਵੱਡਾ ਸੁੱਖ ਹੈ ਔਰ ਇਹ ਸਭ ਤੋਂ ਵੱਡੀ ਔਖੀ ਘਾਟੀ ਵੀ ਹੈ, ਜਿਹਦੇ ਤੇ ਚੜ੍ਹਨਾ ਕਿਸੇ ਬਿਰਲੇ ਦੇ ਹਿੱਸੇ ਆਉਂਦਾ ਹੈ। ਕਹਿਣ ਮਾਤਰ ਨੂੰ ਆਪਾਂ ਸਾਰੇ ਹੀ ਕਹਿ ਦਿੰਨੇ ਆ ਜੀ ਮੈਂ ਤਾਂ ਨੀਵਾਂ ਜਿਹਾ ਬੰਦਾ, ਗਰੀਬ ਜਿਹਾ ਬੰਦਾ, ਨਿਮਾਣਾ ਜਿਹਾ ਬੰਦਾ। ਆਖਣ ਨੂੰ ਤਾਂ ਸਾਰੇ ਹੀ ਕਹੀ ਜਾਂਦੇ ਆ ਜੀ ਬਸ ਅਸੀਂ ਤਾਂ ਤੁਹਾਡੇ ਚਰਨਾਂ ਦੀ ਧੂੜ ਵੀ ਨਹੀਂ ਹਾਂ। ਮਸਕੀਨ ਜੀ ਕਹਿੰਦੇ ਰੋਜ਼ ਮੈਂ ਕਥਾ ਕਰਿਆ ਕਰਾਂ ਦਿੱਲੀ, 10 ਦਿਨ ਦਾ ਸਮਾਗਮ ਸੀ। ਇੱਕ ਸੱਜਣ ਨੇ ਬਾਹਰ ਮਿਲਣਾ ਤੇ ਕਥਾ ਤੋਂ ਬਾਅਦ ਉਹਨੇ ਕਹਿਣਾ ਮਸਕੀਨ ਜੀ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਵੀ ਨਹੀਂ ਹਾਂ ਜੀ, ਮੈਂ ਤਾਂ ਬਸ ਧੂੜੀ ਵੀ ਨਹੀਂ ਹਾਂ, ਮੈਂ ਤਾਂ ਖੇ ਹਾਂ। ਕਹਿੰਦੇ ਮੈਂ ਸੁਣ ਕੇ ਲੰਘ ਜਾਣਾ। 9 ਦਿਨ ਬੀਤ ਗਏ, ਰੋਜ਼ ਹੀ ਉਹਨੇ ਗੱਲ ਕਹਿਣੀ ਜੀ ਮੈਂ ਤਾਂ ਧੂੜੀ ਵੀ ਨਹੀਂ ਹਾਂ, ਮੈਂ ਤਾਂ ਕੱਖ ਵੀ ਨਹੀਂ ਹਾਂ। 10ਵੇਂ ਦਿਨ ਜਦੋਂ ਬੋਲਣ ਲੱਗਾ ਮਸਕੀਨ ਜੀ ਕਹਿੰਦੇ ਮੈਂ ਆਖਿਆ ਤੂੰ ਖੇ ਹੈ, ਤੂੰ ਤਾਂ ਕੱਖ ਵੀ ਨਹੀਂ, ਤੂੰ ਤਾਂ ਕੁਝ ਵੀ ਨਹੀਂ, ਤੂੰ ਤਾਂ ਧੂੜੀ ਵੀ ਨਹੀਂ। ਕਹਿੰਦੇ ਸੁਣਦਿਆਂ ਸਾਰ ਅੱਗ ਦਾ ਭੰਬੂੜਾ ਹੋ ਗਿਆ ਵੀ ਤੁਸੀਂ ਮੈਨੂੰ ਇਦਾਂ ਕਹਿੰਦੇ ਹੋ। ਉਹ ਕਹਿੰਦੇ 9 ਦਿਨ ਤੂੰ ਆਪਣੇ ਆਪ ਨੂੰ ਕਿਹਾ, ਜੇ 10ਵੇਂ ਦਿਨ ਮੈਂ ਕਹਿ ਦਿੱਤਾ ਤੇ ਕਿਉਂ ਗੁੱਸਾ ਕਰਦਾ ਭਾਈ? ਯਾਨੀ ਕਿ ਜ਼ੁਬਾਨ ਤੇ ਤਾਂ ਭਾਵੇਂ ਸਾਡੇ ਅਤ ਨਿਮਰਤਾ ਤੇ ਹਲੀਮੀ ਵਾਲੇ ਬੋਲ ਹੁੰਦੇ ਐ, ਪਰ ਹਿਰਦੇ ਵਿੱਚ ਉਸੇ ਤਰ੍ਹਾਂ ਹੰਕਾਰ ਪ੍ਰਬਲ ਹੁੰਦਾ ਹੈ। ਜ਼ੁਬਾਨ ਤੋਂ ਵੀ ਜਦੋਂ ਕਹਿੰਦੇ ਆ ਨਾ ਵੀ ਜੀ ਮੈਂ ਤਾਂ ਨਿਮਾਣਾ, ਉਹ ਵੀ ਹੰਕਾਰ 'ਚ ਹੀ ਕਹਿ ਰਹੇ ਹੁੰਨੇ ਆ ਜੀ ਵੇਖੋ ਮੈਂ ਮਾਣ ਨਹੀਂ ਕਰਦਾ। ਇਹ ਵੀ ਤਾਂ ਹੰਕਾਰ ਹੀ ਹੈ ਨਾ ਵੀ ਮੈਂ ਮਾਣ ਨਹੀਂ ਕਰਦਾ। ਤੋ ਗਰੀਬਨ ਬਾਗ ਸਾਹਿਬ ਪਾਤਸ਼ਾਹ ਕਹਿੰਦੇ ਸਭ ਤੋਂ ਵੱਡਾ ਸੁੱਖ ਹੈ ਵੀ ਆਪਣੇ ਆਪ ਨੂੰ ਸਭ ਤੋਂ ਨੀਵਾਂ ਕਰਕੇ ਜਾਣਨਾ। ਸਭ ਮੇਰੇ ਤੋਂ ਭਲੇ ਨੇ, ਸਭ ਮੇਰੇ ਤੋਂ ਚੰਗੇ ਨੇ, ਸਭ ਚੰਗੇ ਨੇ। ਇਹ ਸਾਰੀਆਂ ਚੰਗਿਆਈਆਂ ਦਾ ਤੱਤ ਹੈ, ਨਿਚੋੜ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਬਨਿਮਰਤਾ ਸਹਿਤ ਰਹਿਣਾ, ਮਿਠਾਸ ਤੇ ਹਲੀਮੀ ਸਹਿਤ ਰਹਿਣਾ। ਪਾਤਸ਼ਾਹ ਕਹਿੰਦੇ ਦੁਨੀਆ ਦੇ ਜਿਤਨੇ ਗੁਣ ਨੇ, ਦੁਨੀਆ ਦੀਆਂ ਜਿਤਨੀਆਂ ਚੰਗਿਆਈਆਂ ਨੇ, ਇਹ ਉਹਨਾਂ ਦਾ ਤੱਤ ਹੈ, ਉਹਨਾਂ ਦਾ ਸਾਰ ਹੈ, ਉਹਨਾਂ ਦਾ ਨਿਚੋੜ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਜਦੋਂ ਇਹ ਅਵਸਥਾ ਬਣ ਜਾਏ ਹਿਰਦੇ ਵਿੱਚ ਕਿ ਸਭ ਭਲੇ ਹਨ, ਮੈਂ ਹੀ ਸਭ ਤੋਂ ਨੀਚ ਆ, ਇਹ ਬੜਾ ਵੱਡਾ ਸੁੱਖ ਹੈ। ਉਦੋਂ ਫਿਰ ਬੰਦਾ ਕ੍ਰਿਜਦਾ ਨਹੀਂ ਹੈ ਮਨ 'ਚ। ਅਸੀਂ ਕ੍ਰਿਜਦੇ ਹਾਂ ਨਾ ਵੀ ਜਦੋਂ ਕੋਈ ਸਾਡੀ ਗੱਲ ਨਹੀਂ ਮੰਨਦਾ, ਅਸੀਂ ਕ੍ਰਿਜਦੇ ਹਾਂ ਜਦੋਂ ਕਿਸੇ ਨੂੰ ਅਸੀਂ ਕੋਈ ਔਗਣ ਕਰਦੇ ਹਾਂ, ਤੱਕਦੇ ਹਾਂ। ਪਰ ਦੂਜਿਆਂ ਦੇ ਖਾਮੀਆਂ ਤੇ ਔਗਣ ਵੇਖਣ ਦੀ ਬਜਾਏ ਜਦੋਂ ਆਪਣੇ ਅੰਦਰ ਝਾਤੀ ਮਾਰ ਕੇ ਵੇਖਦੇ ਹਾਂ ਵੀ ਐਸੇ ਪਤਾ ਨਹੀਂ ਕਿੰਨੇ ਔਗਣਾਂ ਨਾਲ ਸਾਡਾ ਹਿਰਦਾ ਭਰਿਆ ਹੋਇਆ, ਐਨ ਸੁਰਤ ਅੰਤਰਮੁਖੀ ਹੋ ਜਾਂਦੀ ਵੀ ਮੇਰੇ ਤੋਂ ਨੀਚ ਕੌਣ ਹੈ। ਘਟੋ ਘਟ ਮਨ ਦੀ ਜਿਹੜੀ ਅਸ਼ਾਂਤੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ। ਮਨ ਵਿੱਚ ਜਿਹੜੀ ਦਵੈਸ਼ ਹੁੰਦੀ ਹੈ ਨਾ, ਈਰਖਾ ਹੁੰਦੀ ਹੈ, ਉਹ ਸਮਾਪਤ ਹੋ ਜਾਂਦੀ ਹੈ। ਇਹ ਬੜਾ ਵੱਡਾ ਸੁੱਖ ਹੈ। ਹੇ ਮੇਰੇ ਮਾਲਕ, ਇਹ ਸੁੱਖ ਨੂੰ ਮੈਂ ਆਪਣੇ ਮਨ ਵਿੱਚ ਧਾਰਨ ਕੀਤਾ ਹੋਇਆ ਕਿ ਮੈਂ ਆਪਣੇ ਆਪ ਨੂੰ ਸਭ ਤੋਂ ਨੀਚ ਤੇ ਨੀਵਾਂ ਕਰਕੇ ਜਾਣਦਾ ਤੇ ਮੰਨਦਾ ਹਾਂ। ਗੁਣ ਗਾਵਹਿ ਠਾਕੁਰ ਅਬਿਨਾਸੀ, ਕਲਮਲ ਸਗਲੇ ਝਾਰੋ। ਮੈਂ ਉਸ ਠਾਕੁਰ ਦੇ ਜੋ ਅਬਿਨਾਸੀ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਸ ਅਬਿਨਾਸੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦਾ ਹਾਂ, ਠਾਕੁਰ ਦੇ ਗੁਣਾਂ ਨੂੰ ਗਾਇਨ ਕਰਦਾ ਹਾਂ। ਔਰ ਉਹਦੇ ਗੁਣ ਗਾ ਕੇ ਮੇਰੇ ਜਿਤਨੇ ਕਲਮਲ ਨੇ ਕੀਤੇ ਹੋਏ ਪਾਪ ਕਰਮ ਨੇ, ਉਹਨਾਂ ਸਾਰੇ ਪਾਪ ਕਰਮਾਂ ਨੂੰ ਝਾੜ ਦਿੰਦਾ ਹਾਂ, ਨਿਵਾਰ ਦਿੰਦਾ ਹਾਂ। ਕਲਮਲ ਸਗਲੇ ਝਾਰੋਂ, ਮੈਂ ਆਪਣੇ ਸਾਰੇ ਕਲਮਲਾਂ ਨੂੰ, ਸਾਰੇ ਪਾਪਾਂ ਨੂੰ
ਨਿਰਵਾਰਦਾ ਹਾਂ। ਨਾਮ ਨਿਧਾਨ ਨਾਨਕ ਦਾਨ ਪਾਵੋ, ਕੰਠ ਲਾਈ ਉਰ ਧਾਰਾ। ਨਾਮ ਦਾ ਖਜ਼ਾਨਾ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ, ਇਹ ਦਾਨ ਮੈਂ ਪ੍ਰਾਪਤ ਕੀਤਾ ਆਪਣੇ ਮਾਲਕ ਕੋਲੋਂ, ਔਰ ਇਸ ਨਾਮ ਰੂਪੀ ਖਜ਼ਾਨੇ ਨੂੰ ਮੈਂ ਆਪਣੇ ਕੰਠ ਵਿੱਚ, ਆਪਣੇ ਗਲੇ ਵਿੱਚ ਧਾਰਨ ਕੀਤਾ। ਇਹ ਹਾਰ ਹੈ, ਨਾਮ ਰੂਪੀ ਹਾਰ, ਜਿਸ ਨੂੰ ਕੰਠ ਵਿੱਚ ਪਹਿਨਿਆਂ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਸੋਭਾ ਹੁੰਦੀ ਹੈ। ਸਤਿਕਾਰਯੋਗ ਮਾਤਾ ਗੰਗਾ ਜੀ ਇੱਕ ਦਿਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੂੰ ਬੇਨਤੀ ਕਰਕੇ ਕਹਿਣ ਲੱਗੇ, ਗੁਰਦੇਵ, ਸ਼ਰੀਕਣਾ ਦੇ ਗਲਾਂ ਦੇ ਵਿੱਚ ਕੀਮਤੀ ਸੋਨੇ ਦੇ ਹਾਰ ਨੇ, ਆਭੂਸ਼ਣ ਨੇ, ਤੇ ਮੈਨੂੰ ਉਹ ਤਾਨਾ ਮਾਰਦੀਆਂ ਨੇ, ਕਹਿੰਦੀਆਂ ਵੀ ਇਹ ਗੁਰੂ ਦੀ ਧਰਮ ਸੁਪਤਨੀ ਹੈ, ਇਹਦੇ ਕੋਲ ਪਹਿਨਣ ਨੂੰ ਗਹਿਣੇ ਨਹੀਂ ਹਨ। ਮੈਨੂੰ ਗਹਿਣਿਆਂ ਦਾ ਸ਼ੌਂਕ ਨਹੀਂ, ਪਰ ਮਹਾਰਾਜ ਤੁਹਾਡਾ ਨਾਂ ਲੈ ਕੇ ਜਦੋਂ ਆਖਦੀਆਂ ਨੇ ਤਾਂ ਮੇਰਾ ਮਨ ਕਰਦਾ ਵੀ ਮੈਂ ਵੀ ਗਹਿਣੇ ਧਾਰਨ ਕਰਕੇ ਉਹਨਾਂ ਨੂੰ ਵਿਖਾ ਦਿਆਂ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਗੰਗਾ ਜੀ, ਤੁਹਾਡੀ ਇੱਛਾ ਅਸੀਂ ਪੂਰੀ ਕਰਾਂਗੇ, ਇਹੋ ਜਿਹਾ ਗਹਿਣਿਆਂ ਦਾ ਬਕਸਾ ਤੁਹਾਨੂੰ ਦੇਵਾਂਗੇ, ਗਹਿਣਿਆਂ ਦਾ ਡੱਬਾ ਤੁਹਾਨੂੰ ਦੇਵਾਂਗੇ, ਜਿਨ੍ਹਾਂ ਗਹਿਣਿਆਂ ਨੂੰ ਪਹਿਨ ਕੇ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਸੋਭਾ ਹੁੰਦੀ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਉਸ ਵਕਤ ਪਾਵਨ ਅੰਮ੍ਰਿਤ ਬਾਣੀ 52 ਅੱਖਰੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਗੌੜੀ ਰਾਗ ਵਿੱਚ 52 ਅੱਖਰੀ ਬਾਣੀ ਮਹਾਰਾਜ ਜੀ ਨੇ ਉਚਾਰਨ ਕੀਤੀ, ਤੇ ਪ੍ਰਾਰੰਭ ਦੇ ਵਿੱਚ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ ਕਿਹਾ, ਅਖੀਰ ਵਿੱਚ ਵੀ ਇਹ ਸ਼ਲੋਕ ਉਚਾਰਨ ਕਰਕੇ ਕਿਹਾ, ਉਹ ਸ਼ਲੋਕ ਆਦਿ ਅੰਤ ਪੜ੍ਹਨਾ। ਜਿਵੇਂ ਪੁਰਾਣੇ ਸਮਿਆਂ ਦੇ ਸ਼ਿੰਗਾਰ ਡੱਬੇ ਹੁੰਦੇ ਸਨ, ਉੱਪਰੋਂ ਵੀ ਖੁੱਲਦੇ ਸੀ, ਥੱਲਿਓਂ ਵੀ ਖੁੱਲਦੇ ਸਨ, ਇਸੇ ਤਰ੍ਹਾਂ ਇਹਦੇ 2 ਢੱਕਣ ਬਣਾ ਕੇ ਵਿੱਚ ਸ਼ਬਦ ਉਚਾਰਨ ਕਰਕੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਗੰਗਾ ਜੀ, ਇਹ ਪਾਵਨ ਬਾਣੀ ਦਾ ਜਾਪ ਕਰੋ, ਇਹੋ ਜਿਹੇ ਗਹਿਣੇ ਨੇ ਜਿਨ੍ਹਾਂ ਨੂੰ ਕੋਈ ਚੋਰੀ ਨਹੀਂ ਕਰ ਸਕਦਾ, ਇਹੋ ਜਿਹੇ ਗਹਿਣੇ ਨੇ ਦੋਹਾਂ ਜਹਾਨਾਂ ਵਿੱਚ, ਇਸ ਗਹਿਣਿਆਂ ਨੂੰ ਧਾਰਨ ਕੀਤਿਆਂ ਸੋਭਾ ਪ੍ਰਾਪਤ ਹੁੰਦੀ ਹੈ। ਜਿਹੜੀ ਗੁਰੂ ਕੀ ਬਾਣੀ ਹੈ, ਗੁਰੂ ਕਾ ਸ਼ਬਦ ਹੈ, ਗੁਰੂ ਕਾ ਮੰਤਰ ਹੈ, ਇਹ ਕੰਠ ਵਿੱਚ ਪਹਿਨਿਆ ਹੋਇਆ ਹਾਰ ਦੇ ਸਮਾਨ ਹੈ। ਮਹਾਰਾਜ ਜੀ ਕਹਿੰਦੇ, ਹਾਰ ਮੈਂ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹਾਂ, ਕੰਠ ਵਿੱਚ ਧਾਰਨ ਕਰਦਾ ਹਾਂ।